गुरु प्यारी साध संगत जीओ। गुरबाणी कथा टीवी चैनल सबसक्राइब कर लियो ते वीडियो शेयर करियो, लाइक कमेंट भी जरूर करियो। गुरु प्यारी साध संगत जीओ। संत बाबा अतर सिंह जी मस्तूआणा साहिब वाले ਜਦੋਂ ਉਹਨਾਂ ਨੂੰ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਹੋਏ ਤੇ ਦਸ਼ਮੇਸ਼ ਪਿਤਾ ਨੇ ਉਹਨਾਂ ਨੂੰ ਕੀ ਹੁਕਮ ਦਿੱਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰ ਕੁਝ ਕੁ ਬੇਨਤੀਆਂ ਆਪਾਂ ਇਤਿਹਾਸ ਵਿੱਚੋਂ ਸਾਂਝੀਆਂ ਕਰਨੀਆਂ ਨੇ ਸੰਤਾਂ ਦੇ ਜੀਵਨ ਦੇ ਨਾਲ ਜੋ ਘਟਨਾਵਾਂ ਵਾਪਰੀਆਂ ਨੇ। ਆਓ ਥੋੜ੍ਹਾ ਜਿਹਾ ਯਤਨ ਕਰੀਏ, ਮਨੋਵਿਰਤੀਆਂ ਦੀ ਇਕਾਗਰਤਾ ਕਰਕੇ ਫਤਿਹ ਬੁਲਾ ਕੇ ਆਰੰਭਤਾ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਾਬਾ ਅਤਰ ਸਿੰਘ ਜੀ ਨੇ ਬੰਦਗੀ ਕੀਤੀ ਤੇ ਬਾਬਾ ਅਤਰ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਅਨੇਕਾਂ ਹੀ ਸੇਵਾਵਾਂ ਜਿਹੜੀਆਂ ਸੀ ਉਹ ਨਿਭਾਉਣਾ ਕੀਤੀਆਂ, ਜਿਸ ਤੋਂ ਆਪਾਂ ਭਲੀ ਭਾਂਤ ਕੁਝ ਕੁ ਜਾਣੂ ਵੀ ਹਾਂ। ਭਾਈ ਹਜ਼ੂਰਾ ਸਿੰਘ ਜੀ ਰਾਗੀ, ਭਾਈ ਥੰਮਣ ਸਿੰਘ ਜੀ ਦੋਦਰ ਵਾਲੇ, ਜਦੋਂ ਕਿ ਬਾਬਾ ਜੀ ਹਜ਼ੂਰ ਸਾਹਿਬ ਪਹੁੰਚੇ ਹੋਏ ਸਨ, ਇਹ ਦੋਨੋਂ ਗੁਰਸਿੱਖ ਬਾਬਾ ਜੀ ਦਾ ਬੜਾ ਪ੍ਰੇਮ ਕਰਦੇ ਤੇ ਸਤਿਕਾਰ ਕਰਦੇ। ਸਾਧ ਸੰਗਤ ਬਾਬਾ ਅਤਰ ਸਿੰਘ ਜੀ ਪ੍ਰਸ਼ਾਦਾ ਵੀ ਅੱਠੇ ਪਹਿਰਾ ਛਕਦੇ ਸੀ। ਗੋਦਾਵਰੀ ਦੇ ਵਿੱਚ ਹੀ ਉਹਨਾਂ ਨੇ ਪਾਠ ਕਰਨੇ, ਇੱਕ ਲੱਤ ਦੇ ਸਹਾਰੇ ਖੜੇ ਰਹਿ ਕੇ ਉਹਨਾਂ ਨੇ ਗੁਰਬਾਣੀ ਦੇ ਜਾਪ ਕਰਨੇ ਤੇ ਗੁਰਬਾਣੀ ਦਾ ਜਾਪ ਕਰਦੇ ਕਰਦੇ ਜਦੋਂ ਭੁੱਖ ਪਿਆਸ ਲੱਗਣੀ ਨਾ, ਉਹਨਾਂ ਨੇ ਗੋਦਾਵਰੀ ਦਾ ਜਲ ਹੀ ਛਕ ਲੈਣਾ ਤੇ ਸਤਨਾਮ ਵਾਹਿਗੁਰੂ ਕਹਿ ਕੇ ਫੇਰ ਬੰਦਗੀ ਵਿੱਚ ਜੁਟ ਜਾਣਾ। ਮੈਂ ਬੇਨਤੀ ਕਰਦਾ ਵੀ ਗੁਰਬਾਣੀ ਦੇ ਨਾਲ ਨਾਲ ਸਨੇਹ ਤਾਂ ਰੱਖਿਆ ਕਿਉਂਕਿ ਉਹਨਾਂ ਨੂੰ ਦਸਮ ਪਿਤਾ ਦੇ ਦਰਸ਼ਨਾਂ ਦੀ ਲਾਲਸਾ ਸੀ ਕਿ ਹੇ ਪਾਤਸ਼ਾਹ ਜੀ ਦਿਦਾਰੇ ਦਿਓ, ਤੁਹਾਡਾ ਦਿਦਾਰਾ ਕਰਨਾ ਹੈ। ਨਹੀਂ ਫਿਰ ਇਹ ਸਰੀਰ ਦਾ ਵੀ ਕੋਈ ਮਕਸਦ ਨਹੀਂ ਰਹਿ ਜਾਂਦਾ ਜਿਉਣ ਦਾ, ਇਹ ਸਰੀਰ ਮੈਂ ਖਤਮ ਕਰ ਦੇਣਾ। ਇਤਿਹਾਸ ਕਹਿੰਦਾ ਹੈ 1 ਸਾਲ 7 ਮਹੀਨੇ ਬਾਬਾ ਅਤਰ ਸਿੰਘ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਰਹੇ। ਬਾਬਾ ਜੀ ਜਪਜੀ ਸਾਹਿਬ ਦੇ ਪਾਠ ਨਿਰੰਤਰ ਕਰਦੇ, ਡੀਟੇ ਚੁੱਕ ਕੇ ਲਿਆਉਂਦੇ ਜਿੰਨੇ ਪਾਠ ਕਰਦੇ, ਫਿਰ ਵਾਪਸ ਉਹ ਡੀਟੇ ਗੋਦਾਵਰੀ ਨਦੀ ਵਿੱਚ ਸੁੱਟ ਦਿੰਦੇ ਤੇ ਇੱਕ ਸੇਵਕ ਜਿਹੜਾ ਸੀ ਪ੍ਰਸ਼ਾਦਾ ਲੈ ਕੇ ਆਉਂਦਾ, ਮਿੱਸਾ ਪ੍ਰਸ਼ਾਦਾ ਬਣਾ ਕੇ ਉਹਦੇ ਉੱਪਰ ਚਾਰ ਜਾਂ ਭਾਜਾ ਰੱਖਿਆ ਹੁੰਦਾ ਤੇ ਬਾਬਾ ਜੀ ਉੱਥੇ ਹੀ ਛਕ ਕੇ ਗੁਰੂ ਪਿਆਰ ਵਾਲਿਓ ਗੋਦਾਵਰੀ ਦੇ ਜਲ ਨਾਲ ਉਹਨੂੰ ਛਕ ਲੈਣਾ ਤੇ ਉੱਥੇ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਫਿਰ ਉਹਨਾਂ ਨੇ ਮੂਲ ਮੰਤਰ ਦੇ ਜਾਪ ਆਰੰਭ ਕਰ ਦੇਣੇ। ਉੱਥੇ ਫਿਰ ਉਹਨਾਂ ਨੇ ਜਾਪ ਸਾਹਿਬ ਦੇ ਪਾਠ ਵੀ ਨਾਲੋਂ ਨਾਲ ਕਰਦੇ ਰਹਿਣਾ। ਭਾਵ ਕਿ ਗੁਰਬਾਣੀ ਦਾ ਜਾਪ ਜਿੰਨਾ ਹੋਇਆ ਬਾਬਾ ਅਤਰ ਸਿੰਘ ਜੀ ਨੇ ਓਨਾ ਕੀਤਾ। ਇੱਕੋ ਹੀ ਮਨਸ਼ਾ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਦਿਦਾਰਾ ਹੋ ਜਾਏ, ਹੋਰ ਕੁਝ ਨਹੀਂ ਚਾਹੀਦਾ। ਤੇ ਗੁਰੂ ਪਿਆਰ ਵਾਲਿਓ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਇੰਨੀ ਕੁ ਸਹਿਣਸ਼ੀਲਤਾ ਸੀ, ਜੇ ਕੋਈ ਕੁਝ ਕਹਿ ਵੀ ਦਿੰਦਾ ਤੇ ਉਹਨੂੰ ਪਲਟ ਕੇ ਜਵਾਬ ਤੱਕ ਨਹੀਂ ਸੀ ਦਿੰਦੇ। ਜੇ ਕੋਈ ਮਾੜੇ ਵਚਨ ਵੀ ਬੋਲ ਦਿੰਦਾ ਤੇ ਗੁਰੂ ਪਿਆਰਿਓ ਉਹਨੂੰ ਬਾਬਾ ਜੀ ਇਹ ਨਹੀਂ ਵੀ ਆਪ ਵੀ ਅੱਗੋਂ ਸ਼ੁਰੂ ਹੋ ਜਾਂਦੇ, ਭਾਈ ਤੂੰ ਇੱਦਾਂ ਨਹੀਂ। ਆਪਣੇ ਵਾਲੀ ਅਵਸਥਾ ਨਹੀਂ ਸੀ, ਉਹ ਤੇ ਬੜੀ ਸ਼ਮੂਲੀਅਤ ਤੇ ਬੜੀ ਨਰਮ ਅਵਸਥਾ ਵਾਲੇ ਸੀ। ਬਾਬਾ ਅਤਰ ਸਿੰਘ ਜੀ ਜਿੱਥੇ ਹਜ਼ੂਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਅਨੇਕਾਂ ਪੂਰਨੇ ਪਾਏ, ਅਨੇਕਾਂ ਮਿਸਾਲਾਂ ਉਹਨਾਂ ਨੇ ਇਤਿਹਾਸ ਵਿੱਚ ਕਾਇਮ ਕੀਤੀਆਂ ਸਾਡੇ ਸਿੱਖਣ ਦੇ ਲਈ। ਤੇ ਗੁਰੂ ਪਿਆਰ ਵਾਲਿਓ ਬਾਬਾ ਅਤਰ ਸਿੰਘ ਜੀ ਨੇ ਬੰਦਗੀ ਵੀ ਕੀਤੀ ਹੈ। ਸੰਤ ਜੀ ਨੇ ਬੰਦਗੀ ਕੀਤੀ ਗੁਰੂ ਪਿਆਰਿਓ, ਜਿੱਥੇ ਉਹਨਾਂ ਨੇ ਲੰਮਾ ਸਮਾਂ ਤੁਰ ਕੇ ਵੀ ਬੰਦਗੀ ਕੀਤੀ ਤੇ ਇੱਕ ਦਫਾ ਹਜ਼ੂਰ ਸਾਹਿਬ ਦੀ ਧਰਤੀ ਤੇ ਬਾਬਾ ਅਤਰ ਸਿੰਘ ਜੀ ਬੜੀ ਦੂਰ ਨਿਕਲ ਗਏ ਬੰਦਗੀ ਕਰਦੇ ਕਰਦੇ ਗੋਦਾਵਰੀ ਦੇ ਵਿੱਚ। ਜਿੱਥੇ ਉਹਨਾਂ ਨੇ ਵੇਖਿਆ ਵੀ ਕਿ ਗੋਡੇ ਗੋਡੇ ਪਾਣੀ ਹੈ ਨਾ, ਉੱਥੇ ਹੀ ਬੈਠ ਕੇ ਇੱਕ ਲੱਤ ਤੇ ਖਲੋ ਕੇ ਇੱਕ ਠਰਮੇ ਨਾਲ ਮਨ ਨੂੰ ਟਿਕਾ ਕੇ ਉੱਥੇ ਗੁਰਬਾਣੀ ਦਾ ਜਾਪ ਕਰਨਾ ਆਰੰਭ ਕਰ ਦਿੱਤਾ। ਤੇ ਗੁਰੂ ਪਿਆਰਿਓ ਜੋ ਗੁਰੂ ਦੇ ਸੇਵਕ ਸਨ ਨਾ, ਉੱਥੇ ਪੁਜਾਰੀ ਕਾਹਨੂੰਵਾਨ ਜੀ,
ਉਹਨਾਂ ਨੂੰ ਇੱਕ ਰਾਤ ਸੁਪਨਾ ਆਇਆ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਸਾਡੇ ਪਿਆਰੇ ਨੇ ਅੰਨ ਗ੍ਰਹਿਣ ਨਹੀਂ ਕੀਤਾ, ਜਾਓ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆਓ। ਪੁਜਾਰੀ ਜੀ ਗਏ, ਉੱਥੇ ਜਾ ਕੇ ਵੇਖਿਆ ਵੀ ਕੋਈ ਨਾ। ਦੂਸਰੀ ਰਾਤ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਦਿਦਾਰੇ ਦਿੱਤੇ ਤੇ ਫਿਰ ਕਿਹਾ ਕਿ ਥੋੜ੍ਹਾ ਜਿਹਾ ਅੱਗੇ ਜਾਓ ਤੇ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਛਕਾਓ। ਪੁਜਾਰੀ ਜੀ ਨੇ ਫਿਰ ਉੱਦਾਂ ਹੀ ਕੀਤਾ ਤੇ ਜਾ ਕੇ ਜਦੋਂ ਦੇਖਿਆ ਨਾ ਕਿ ਬਾਬਾ ਅਤਰ ਸਿੰਘ ਜੀ ਬੰਦਗੀ ਵਿੱਚ ਜੁਟੇ ਹੋਏ ਨੇ, ਇੱਕ ਲੱਤ ਦੇ ਸਹਾਰੇ ਖੜੇ ਨੇ, ਉਹਨਾਂ ਜਾ ਕੇ ਕਿਹਾ ਕਿ ਮਹਾਂਪੁਰਖੋ ਪ੍ਰਸ਼ਾਦਾ ਛਕੋ, ਅੰਨ ਛਕੋ। ਤੇ ਬਾਬਾ ਜੀ ਕਹਿਣ ਲੱਗੇ ਨਹੀਂ ਨਹੀਂ, ਪ੍ਰਸ਼ਾਦਾ ਛਕਣਾ, ਇੱਛਾ ਨਹੀਂ ਹੈ। ਤੇ ਪੁਜਾਰੀ ਜੀ ਨੇ ਕਿਹਾ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਕਿਹਾ ਹੈ, ਹੁਕਮ ਦਿੱਤਾ ਹੈ ਉਹਨਾਂ ਨੇ ਕਿ ਸਾਡੇ ਪਿਆਰੇ ਨੂੰ ਪ੍ਰਸ਼ਾਦਾ ਛਕਾਓ। ਤੇ ਬਾਬਾ ਅਤਰ ਸਿੰਘ ਜੀ ਜਦੇ ਚੱਲ ਕੇ ਆ ਗਏ ਤੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਪੁੱਛਣ ਲੱਗੇ ਹੋਰ ਗੁਰੂ ਕਲਗੀਧਰ ਪਾਤਸ਼ਾਹ ਕੀ ਕਹਿੰਦੇ ਸਨ। ਪੁਜਾਰੀ ਜੀ ਕਹਿੰਦੇ ਇੱਕੋ ਗੱਲ ਕਹੀ ਹੈ ਵੀ ਸਾਡੇ ਪਿਆਰੇ ਨੂੰ ਪ੍ਰਸ਼ਾਦਾ ਛਕਾਓ, ਕਈ ਦਿਨਾਂ ਤੋਂ ਨੇ ਅੰਨ ਨਹੀਂ ਛਕਿਆ, ਤਾਂ ਕਰਕੇ ਮੈਂ ਸੇਵਾ ਆਪ ਜੀ ਦੀ ਕੀਤੀ ਹੈ, ਪ੍ਰਸ਼ਾਦਾ ਲੈ ਕੇ ਆਇਆ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਸਖਤ ਸ਼ਬਦਾਂ ਵਿੱਚ ਕਿਹਾ। ਤੇ ਗੁਰੂ ਪਿਆਰਿਓ, ਇੱਕ ਦਫਾ ਇਤਿਹਾਸ ਵਿੱਚ ਇਹ ਵੀ ਗੱਲ ਮਿਲਦੀ ਹੈ ਕਿ ਬਾਬਾ ਅਤਰ ਸਿੰਘ ਜੀ ਬੰਦਗੀ ਕਰ ਰਹੇ ਸਨ ਤੇ ਇੱਕ ਸਿੱਖ ਜਿਹੜਾ ਸੀ ਆਇਆ ਤੇ ਬਾਬਾ ਅਤਰ ਸਿੰਘ ਜੀ ਕੋਲ ਬੰਨੀ ਹੋਈ ਇੱਕ ਮਾਇਆ ਦੀ ਪੋਟਲੀ ਰੱਖ ਗਿਆ ਤੇ ਬਾਬਾ ਜੀ ਨੇ ਉਹ ਪੋਟਲੀ ਕਿਸੇ ਝਾੜ ਥੱਲੇ ਦੱਬ ਦਿੱਤੀ, ਬੰਦਗੀ ਕਰਨੀ ਆਰੰਭ ਕਰ ਦਿੱਤੀ। ਕਈ ਦਿਨ ਬੀਤ ਗਏ, ਸਾਧ ਸੰਗਤ ਤੇ ਬੰਦਗੀ ਵਿੱਚ ਉਹ ਧਿਆਨ ਹਟ ਗਿਆ, ਧਿਆਨ ਭਟਕ ਗਿਆ ਤੇ ਬਾਬਾ ਅਤਰ ਸਿੰਘ ਜੀ ਗਏ, ਉਹ ਝਾੜ ਪੁੱਟਿਆ ਤੇ ਥੱਲੋਂ ਮਾਇਆ ਵਾਲੀ ਥੈਲੀ ਗੁੱਟੀ ਮਾਇਆ ਦੀ ਕੱਢੀ ਤੇ ਵਗਾ ਕੇ ਦਰਿਆ ਵਿੱਚ ਮਾਰੀ, ਭਾਵ ਕਿ ਉਹਨਾਂ ਨੇ ਮਾਇਆ ਦਾ ਪ੍ਰਭਾਵ ਹੀ ਖਤਮ ਕਰ ਦਿੱਤਾ, ਜਿਹਦੇ ਕਰਕੇ ਵਿਘਨ ਪੈ ਰਿਹਾ ਸੀ ਬੰਦਗੀ ਦੇ ਵਿੱਚ। ਤੇ ਗੁਰੂ ਪਿਆਰਿਓ, ਇੱਕ ਇਤਿਹਾਸ ਵਿੱਚ ਘਟਨਾ ਹੋਰ ਵੀ ਮਿਲਦੀ ਹੈ। ਸਾਧ ਸੰਗਤ, ਜਿਉਂ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਇੱਕ ਘਟਨਾ ਬਹੁਤ ਪਿਆਰੀ ਹੈ ਕਿ ਹਜ਼ੂਰ ਸਾਹਿਬ ਬੰਦਗੀ ਕਰਦੇ ਕਰਦੇ ਬਾਬਾ ਅਤਰ ਸਿੰਘ ਜੀ ਕੋਲ ਇੱਕ ਬਹੁਤ ਭਾਰੀ ਨਾਗ ਜਿਹੜਾ ਸੀ ਤਪੱਸਿਆ ਕਰਦਿਆਂ ਕੋਲ ਆਇਆ ਤੇ ਫਣ ਫਲਾਰ ਕੇ ਬੈਠ ਗਿਆ। ਜਦੋਂ ਕੁਝ ਗੁਰਸਿੱਖਾਂ ਨੇ ਵੇਖਿਆ ਤੇ ਡਰ ਗਏ, ਭੈ ਭੀਤ ਹੋ ਗਏ ਤੇ ਸੰਤ ਜੀ ਦੀ ਅੱਖ ਖੁੱਲੀ ਤੇ ਨਾਗ ਚਲਾ ਗਿਆ। ਤੇ ਗੁਰੂ ਪਿਆਰਿਓ, ਜਿਹਦੇ ਕੋਲੇ ਬੰਦਗੀ ਹੋਵੇ, ਨਾਮ ਦੀ ਕਮਾਈ ਹੋਵੇ ਤੇ ਆਪਣੇ ਜੀਵਨ ਨੂੰ ਕੋਈ ਪਿਆਰ ਨਾ ਹੋਵੇ ਤੇ ਉਹਨੂੰ ਮੌਤ ਤੋਂ ਡਰ ਨਹੀਂ ਲੱਗ ਸਕਦਾ। ਸੰਤ ਜੀ ਨੇ ਗੁਰਸਿੱਖਾਂ ਨੂੰ ਕੋਲ ਬੁਲਾਇਆ ਤੇ ਦੱਸਿਆ ਕਿ ਭਾਈ ਇਹ ਤੇ ਰੱਬ ਦਾ ਪਿਆਰਾ ਸੀ, ਕੋਈ ਐਵੇਂ ਹਾਜ਼ਰੀ ਭਰਨ ਆ ਗਿਆ ਤੇ ਵੇਖੋ ਚਲਿਆ ਗਿਆ। ਇਸੇ ਤਰ੍ਹਾਂ ਬਾਬਾ ਅਤਰ ਸਿੰਘ ਜੀ ਨੇ ਉੱਥੇ ਬੰਦਗੀ ਕੀਤੀ। ਅਨੇਕਾਂ ਮਿਸਾਲਾਂ ਇਤਿਹਾਸ ਵਿੱਚੋਂ ਮਿਲਦੀਆਂ ਨੇ। ਸਾਧ ਸੰਗਤ, ਇਸੇ ਤਰ੍ਹਾਂ ਉਹਨਾਂ ਨੇ ਸ਼ਿਕਾਰ ਘਾਟ ਤੇ ਮਾਤਾ ਸਾਹਿਬ ਕੌਰ ਜੀ ਦਾ ਜੋ ਅਸਥਾਨ ਸੀ ਉਹਦਾ ਇਤਿਹਾਸ ਸੁਣਦੇ ਰਹਿੰਦੇ ਸੀ। ਇੱਕ ਦਿਨ ਗੋਦਾਵਰੀ ਦੇ ਕੰਢੇ ਕੰਢੇ ਤੁਰਦੇ ਤੁਰਦੇ ਬਾਬਾ ਅਤਰ ਸਿੰਘ ਜੀ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਬਾਬਾ ਅਤਰ ਸਿੰਘ ਜੀ ਕਈ 3 ਮਹੀਨੇ ਲਗਾਤਾਰ ਇਸ ਅਸਥਾਨ ਤੇ ਰਹੇ। 1 ਲੱਖ ਪਾਠ ਜਪਜੀ ਸਾਹਿਬ ਦੇ ਉੱਥੇ ਰਹਿ ਕੇ ਕਰਨਾ ਕੀਤੇ। ਮਾਤਾ ਜੀ ਦੇ ਅਸਥਾਨ ਤੇ ਕਦੀ ਕਦੀ ਜਾ ਕੇ ਸੇਵਾ ਕਰ ਆਉਂਦੇ ਤੇ ਦਰਸ਼ਨ ਕਰ ਆਉਂਦੇ। ਤੇ ਗੁਰੂ ਪਿਆਰਿਓ, ਮਾਤਾ ਜੀ ਦੇ ਅਸਥਾਨ ਤੇ ਰਹਿ ਕੇ ਬਾਬਾ ਅਤਰ ਸਿੰਘ ਜੀ ਕਈ ਦਫਾ ਉੱਥੇ ਬੰਦਗੀ ਵੀ ਕਰਦੇ। ਉੱਥੋਂ ਦੇ ਰਹਿਣ ਵਾਲੇ ਗੁਰਸੇਵਕ ਸਿੱਖਾਂ ਨਾਲ ਉਹਨਾਂ ਦਾ ਪਿਆਰ ਇੱਦਾਂ ਹੋਰ ਵੀ ਵੱਧ ਗਿਆ, ਮੇਲ ਮਿਲਾਪ ਹੋ ਗਿਆ। ਉਸ ਤੋਂ ਬਾਅਦ ਫਿਰ 1 ਲੱਖ ਪਾਠ ਉਹਨਾਂ ਨੇ ਨਗੀਨਾ ਘਾਟ ਗੁਰਦੁਆਰੇ ਜਪਜੀ ਸਾਹਿਬ ਪਾਠਾਂ ਦੇ ਫਿਰ ਕੀਤੇ। 1 ਲੱਖ ਪਾਠ ਜਪਜੀ ਸਾਹਿਬ ਦਾ ਕੀਤਾ। ਗੁਰਬਾਣੀ ਦੇ ਨਿਰੰਤਰ ਪਤਾ ਨਹੀਂ ਕਿੰਨੇ ਕੁ ਜਾਪ ਉਹਨਾਂ ਨੇ ਕੀਤੇ, ਕੋਈ ਗਿਣਤੀ ਮਿਣਤੀ ਨਹੀਂ, ਪਰ ਜਿੰਨਾ ਕੁ ਇਤਿਹਾਸਾਂ ਵਿੱਚ ਹਵਾਲਾ ਮਿਲਦਾ ਹੈ ਤਾਂ ਕਰਕੇ ਬੇਨਤੀ ਕਰ ਰਿਹਾ। ਤੇ ਗੁਰੂ ਪਿਆਰਿਓ, ਇੱਕ ਦਿਨ ਬਾਬਾ ਅਤਰ ਸਿੰਘ ਜੀ ਨੇ ਤੈਅ ਕਰ ਲਿਆ ਕਿ ਇਹ ਸਰੀਰ ਦਾ ਇੱਥੇ ਰਹਿਣਾ ਠੀਕ ਨਹੀਂ, ਇਹਨੂੰ ਤਿਆਗ ਦੇਣਾ ਹੀ ਬਿਹਤਰ ਹੈ। ਉਸੇ ਤਰ੍ਹਾਂ ਜਿਵੇਂ ਸੋਚਿਆ
ਤੇ ਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਪ੍ਰਗਟ ਹੋਏ ਤੇ ਦਰਸ਼ਨ ਦਿੱਤੇ। ਬਾਬਾ ਅਤਰ ਸਿੰਘ ਜੀ ਦਰਸ਼ਨ ਪਾ ਕੇ ਧੰਨ ਹੋ ਗਏ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਦੀਦਾਰ ਕੀਤੇ ਨਾ, ਗੁਰੂ ਗੋਬਿੰਦ ਸਿੰਘ ਜੀ ਦਾ ਦੀਦਾਰਾ ਹੋਇਆ ਤੇ ਬਾਬਾ ਅਤਰ ਸਿੰਘ ਜੀ ਨੇ ਨਮਸਕਾਰ ਕੀਤੀ, ਪ੍ਰਣਾਮ ਕੀਤੀ ਤੇ ਧੰਨ ਆਖਿਆ, ਹੇ ਪਾਤਸ਼ਾਹ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਾਓ, ਪੂਰੀ ਦੁਨੀਆ ਵਿੱਚ ਤੁਸੀਂ ਸਤਨਾਮ ਦਾ ਚੱਕਰ ਚਲਾਉਣਾ ਹੈ ਤੇ ਪੂਰੀ ਦੁਨੀਆ ਵਿੱਚ ਭ੍ਰਮਣ ਕਰਨਾ ਹੈ ਤੇ ਨਾਮ ਦੇ ਬੀਜ ਬੋਣੇ ਨੇ। ਵਾਪਸ ਪੰਜਾਬ ਜਾਣ ਦਾ ਉਹਨਾਂ ਨੂੰ ਆਦੇਸ਼ ਦਿੱਤਾ। ਬਾਬਾ ਅਤਰ ਸਿੰਘ ਜੀ ਨੂੰ ਲਗਾਤਾਰ ਲਗਭਗ 2 ਸਾਲ ਹੋ ਚੁੱਕੇ ਸੀ ਹਜੂਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ, ਤੇ ਸਾਧ ਸੰਗਤ ਇੱਕ ਦਿਨ ਦਾਤਣਾ ਲੈ ਕੇ ਸੱਚਖੰਡ ਦਰਬਾਰ ਵਿੱਚ ਹਜੂਰ ਸਾਹਿਬ ਵਿਖੇ ਬਾਬਾ ਅਤਰ ਸਿੰਘ ਜੀ ਆਏ ਤੇ ਪੁਜਾਰੀ ਸਿੰਘ ਨੂੰ ਕਹਿ ਕੇ ਵਾਪਸ ਚਾਲੇ ਦੀ ਉਹਨਾਂ ਨੇ ਅਰਦਾਸ ਕਰਵਾ ਦਿੱਤੀ। ਚਾਲੇ ਦਾ ਅਰਦਾਸਾ ਜਿਹੜਾ ਸੀ ਸੁਧਵਾ ਦਿੱਤਾ। ਇਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਨੇ, ਮਹਾਂਪੁਰਖਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਉਹਨਾਂ ਦਾ ਹੁਕਮ ਪਾ ਕੇ ਜੋ ਉਹਨਾਂ ਦਾ ਆਦੇਸ਼ ਸੀ ਉਹਨੂੰ ਪੂਰਾ ਕੀਤਾ। ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਵੱਡਾ ਬਾਬਾ ਅਤਰ ਸਿੰਘ ਜੀ ਨੇ ਜੋ ਪ੍ਰਚਾਰ ਸੀ ਗੁਰਸਿੱਖੀ ਦਾ ਉਹ ਵੀ ਕੀਤਾ ਤੇ ਮਸਤੂਆਣਾ ਸਾਹਿਬ ਉਹਨਾਂ ਨੇ ਬਹੁਤ ਵੱਡੇ ਅਦਾਰੇ ਜਿਹੜੇ ਸੀ ਉਹ ਬਣਾਉਣਾ ਕੀਤੇ, ਜਿਹੜੇ ਕਿ ਹੁਣ ਅਕਾਲ ਕਾਲਜ ਕੌਂਸਲ ਦੇ ਅੰਡਰ ਉਹ ਜਿਹੜਾ ਪ੍ਰਬੰਧ ਬਾਖੂਬੀ ਉਸੇ ਤਰ੍ਹਾਂ ਚੱਲ ਰਿਹਾ ਹੈ। ਉਹ ਸਾਰੀਆਂ ਸੰਸਥਾਵਾਂ ਜੋ ਬਾਬਾ ਅਤਰ ਸਿੰਘ ਜੀ ਦੀ ਦੇਣ ਹੈ ਉਹ ਸਾਰੀਆਂ ਚੱਲ ਰਹੀਆਂ ਨੇ। ਬਹੁਤ ਸੋਹਣੇ ਪ੍ਰਬੰਧ ਨੇ ਤੇ ਬੜੇ ਸੋਹਣੇ ਬੱਚਿਆਂ ਨੂੰ ਵਿਦਿਅਕ ਢਾਂਚੇ ਦੇ ਨਾਲ ਵਧੀਆ ਤਰੀਕਿਆਂ ਦੇ ਨਾਲ ਜੋੜਿਆ ਜਾ ਰਿਹਾ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਬਲ ਬਖਸ਼ਦੇ ਰਹਿਣ ਤੇ ਆਪਾਂ ਵੀ ਸੰਤਾਂ ਦੇ ਜੀਵਨ ਤੋਂ ਕੁਝ ਸਿੱਖੀਏ। ਪਾਤਸ਼ਾਹ ਜੀ ਕਿਰਪਾ ਕਰਨ। ਗੁਰਬਾਣੀ ਕਥਾ ਟੀਵੀ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਤੇ ਵੀਡੀਓ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਬੇਨਤੀਆਂ ਕਰੋ ਜੀ, ਪ੍ਰਵਾਨ ਬੁਲਾਓ, ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।